लगी किसदी नजर पंजाब च एक की हो रहा है कि विगड़ सकते ने हालात क्यों वध रही है पंजाब की चिंता क्यों हालात खराब होने का जताया जा रहा है खदशा कि पंजाब ते मंडरा रहा है दहशतगर्दी साया। देखो पंजाब परमात्मा मेहर रखे पंजाब में नज़र लगती जा रही है बहुत चंगा माहौल नहीं होने दिया सो रब मेहर करे। ਅੱਜ ਇੱਕ ਤੋਂ ਬਾਅਦ ਇੱਕ ਕਈ ਸਵਾਲ ਖੜੇ ਹੋ ਰਹੇ ਨੇ ਤੇ ਇਸ ਦੀ ਵਜ੍ਹਾ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਉਹ ਬਿਆਨ ਜਿਸ ਨੇ ਪੰਜਾਬ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਆਖਿਰ ਬਾਜਵਾ ਦੇ ਇਸ ਬਿਆਨ ਦੇ ਮਾਇਨੇ ਕੀ ਨੇ ਤੇ ਆਖਿਰ ਬਾਜਵਾ ਨੂੰ ਅਜਿਹਾ ਬਿਆਨ ਦੇਣਾ ਕਿਉਂ ਪਿਆ। देखो पंजाब परमात्मा मेहर रखे पंजाब में नज़र लगती जा रही है बहुत चंगा माहौल नहीं होने दिया सो रब मेहर करे। सुनिया तुसी नहीं सुनिया तो मुड़ तो सुनो ਅਤੇ गौर ਦੇ ਨਾਲ सुनो। देखो पंजाब परमात्मा मेहर रखे पंजाब में नज़र लगती जा रही है बहुत चंगा माहौल नहीं होने दिया सो रब मेहर करे। कैमरे ਦੇ ਸਾਹਮਣੇ ਕੋਈ ਇਸ ਤਰ੍ਹਾਂ ਇੰਨੀ ਵੱਡੀ ਗੱਲ ਨਹੀਂ ਕਹਿੰਦਾ ਅਤੇ ਉਹ ਵੀ ਜਦੋਂ ਤੁਸੀਂ ਇੱਕ ਜ਼ਿੰਮੇਦਾਰ ਅਹੁਦੇ ਉੱਤੇ ਬੈਠੇ ਹੋਵੋ। ਅਤੇ ਇਹ ਨੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੋ ਇੱਕ ਸੀਨੀਅਰ ਆਗੂ ਨੇ ਸਿਆਸਤ ਦੇ ਵਿੱਚ ਮਜੇ ਹੋਏ ਖਿਡਾਰੀ ਨੇ। ਪਰ ਅੱਜ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਚਿਹਰੇ ਦੇ ਉੱਤੇ ਚਿੰਤਾ ਹੈ। ਇਹਨਾਂ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਹੈ। पर इसकी वजह की है क्यों ये पंजाब नूं लैके इन्ने ज्यादा फिक्रमंद ने की वजह है कि तृप्त बाजवा नूं इस तरह जनतक तौर ते बयानबाजी करन दी जरूरत आ पई। पर अज तृप्त रजिंदर सिंह बाजवा दे चेहरे दे उत्ते चिंता है। इन्हां दे चेहरे दा रंग उड्डिया होया है। पर इसकी वजह की है क्यों ये पंजाब नूं लैके इन्ने ज्यादा फिक्रमंद ने की वजह है कि तृप्त बाजवा नूं इस तरह जनतक तौर ते बयानबाजी करन दी जरूरत आ पई। कि पंजाब दे विच कुछ ठीक नहीं कि पंजाब हुण राम भरोसे है। दरअसल तृप्त रजिंदर बाजवा बटाला दे विच बाबा बंदा सिंह बहादुर जी दी 350वीं जयंती दे एक समागम दे विच पहुंचे सन। ਇੱਥੇ ਪੱਤਰਕਾਰਾਂ ਨਾਲ ਮੁਖਾਤਬ ਹੁੰਦੇ ਹੋਏ ਉਹਨਾਂ ਨੇ ਕਿਸਾਨਾਂ ਦੇ ਮਸਲੇ ਉੱਤੇ ਆਪਣੀ ਗੱਲ ਰੱਖੀ। ਪਰ ਇਸ ਦੌਰਾਨ ਉਹਨਾਂ ਨੇ ਪੰਜਾਬ ਨੂੰ ਲੈ ਕੇ ਇੱਕ ਵੱਡਾ ਅਤੇ ਚਿੰਤਾਜਨਕ ਬਿਆਨ ਦੇ ਦਿੱਤਾ। ਬਾਜਵਾ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਚੰਗਾ ਮਾਹੌਲ ਨਹੀਂ ਹੈ। ਪੰਜਾਬ ਦੇ ਭਵਿੱਖ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ। ਵਾਹਿਗੁਰੂ ਪੰਜਾਬ ਦੇ ਉੱਤੇ ਦਇਆ ਕਰਨ ਕਿਉਂਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਬਾਜਵਾ ਨੇ ਕਿਸਾਨਾਂ ਨੂੰ ਵੀ ਇਹ ਅਪੀਲ ਕੀਤੀ ਕਿ ਕਿਸਾਨ ਆਪਣਾ ਪ੍ਰਦਰਸ਼ਨ ਸ਼ਾਂਤੀਪੂਰਵਕ ਤਰੀਕੇ ਨਾਲ ਕਰਨ, ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ। ਇਸ ਦਾ ਫਾਇਦਾ ਅਜਿਹਾ ਨਾ ਹੋਵੇ ਕਿ ਕੋਈ ਹੋਰ ਚੁੱਕ ਲਵੇ। देखो पंजाब परमात्मा मेहर रखे पंजाब में नज़र लगती जा रही है बहुत चंगा माहौल नहीं होने दिया सो रब मेहर करे। जितना लग नहीं रहा कि ये कुछ आने वाले टाइम के कुछ कुछ नहीं कह सकते आने वाले समय तो कुछ नहीं कह सकते। ਪਿਛਲੇ ਕੁਝ ਦਿਨਾਂ ਤੋਂ ਕੇਂਦਰੀ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਦਾ ਵੱਡੇ ਪੱਧਰ ਤੇ ਸੰਘਰਸ਼ ਚੱਲ ਰਿਹਾ ਤੇ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਤਰ੍ਹਾਂ ਦਾ ਖਦਸ਼ਾ ਜਤਾ ਚੁੱਕੇ ਨੇ ਕਿ ਕਈ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਨੇ। ਇਹਨਾਂ ਸਾਰੀਆਂ ਗੱਲਾਂ ਦੇ ਜ਼ਰੀਏ ਅਸੀਂ ਤੁਹਾਨੂੰ ਡਰਾ ਨਹੀਂ ਰਹੇ ਬਲਕਿ ਆਗਾਹ ਕਰ ਰਹੇ ਹਾਂ। ਲੋਕਤੰਤਰ 'ਚ ਪ੍ਰਦਰਸ਼ਨ ਕਰਨਾ ਹਰ ਕਿਸੇ ਦਾ ਹੱਕ ਹੈ ਲੇਕਿਨ ਇਸ ਦੇ ਪਿੱਛੇ ਦੁਸ਼ਮਣ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਦੇਵੇ। ਤਰਨਤਾਰਨ 'ਚ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਇਸੇ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਅੱਤਵਾਦ ਕਿਤੇ ਫਿਰ ਤੋਂ ਪੰਜਾਬ 'ਚ ਦੁਬਾਰਾ ਵਾਪਸ ਨਾ ਜਾਵੇ।
ਕਾਨੂੰਨ ਵਿਵਸਥਾ ਸਵਾਲਾਂ 'ਚ ਹੈ। ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ ਰਹੀ ਹੈ। ਬਦਮਾਸ਼ਾਂ ਨੂੰ ਪੁਲਿਸ ਦਾ ਕਿੰਨਾ ਕੁ ਖੌਫ ਹੈ, ਸੂਬੇ ਦੇ ਡੀਜੀਪੀ ਸਾਹਿਬ ਵੀ ਜ਼ਰਾ ਗੌਰ ਦੇ ਨਾਲ ਵੇਖ ਲੈਣ। ਇਹਨਾਂ ਬਦਮਾਸ਼ਾਂ ਨੂੰ ਤੁਹਾਡੀ ਪੁਲਿਸ ਦੀ ਕਿੰਨੀ ਕੁ ਪਰਵਾਹ ਹੈ, ਇਹ ਸੀਸੀਟੀਵੀ ਤਸਵੀਰਾਂ ਗਵਾਹੀ ਭਰ ਰਹੀਆਂ ਨੇ। ਤਸਵੀਰਾਂ 'ਚ ਕੈਦ ਹੋਏ ਇਹਨਾਂ ਬਦਮਾਸ਼ਾਂ ਦੇ ਵੱਲੋਂ ਦਿਨ ਦਿਹਾੜੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਨ੍ਹਾਂ ਦੇ ਵੱਲੋਂ ਤਰਨਤਾਰਨ ਦੇ ਵਿੱਚ ਸ਼ੌਰਯ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਜਿਸ ਬਲਵਿੰਦਰ ਸਿੰਘ ਨੇ ਅੱਤਵਾਦ ਦੇ ਦੌਰ ਦੇ ਵਿੱਚ ਅੱਤਵਾਦੀਆਂ ਦਾ ਬਹੁਤ ਬਹਾਦਰੀ ਨਾਲ ਡਟ ਕੇ ਮੁਕਾਬਲਾ ਕੀਤਾ। ਕਰੀਬ 20 ਵਾਰ ਵੱਡੇ ਹਮਲੇ ਹੋਏ, ਪਰ ਹਰ ਵਾਰ ਅੱਤਵਾਦੀਆਂ ਨੂੰ ਮਾਤ ਦੇ ਦਿੱਤੀ। ਜਿਸ ਨੇ ਹੈਂਡ ਗ੍ਰੇਨੇਡ ਤੇ ਰਾਕਟ ਲਾਂਚਰਾਂ ਦੇ ਨਾਲ ਹਮਲਾ ਕਰਨ ਵਾਲੇ ਕਈ ਨਾਮੀ ਅੱਤਵਾਦੀਆਂ ਨੂੰ ਮਾਰ ਮੁਕਾਇਆ, ਪਰ ਬਲਵਿੰਦਰ ਸਿੰਘ ਇਹਨਾਂ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਸਵੇਰ ਦੇ ਕਰੀਬ 7 ਵਜੇ ਦੋ ਨਕਾਬਪੋਸ਼ ਬਦਮਾਸ਼ ਘਰ ਦੇ ਕੋਲ ਪਹੁੰਚਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਬਦਮਾਸ਼ ਘਰ ਦੇ ਅੰਦਰ ਦਾਖਲ ਹੁੰਦਾ ਹੈ। ਬਲਵਿੰਦਰ ਸਿੰਘ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਤੇਜ਼ੀ ਦੇ ਨਾਲ ਬਾਹਰ ਨਿਕਲਦਾ ਹੈ ਤੇ ਫਿਰ ਬਦਮਾਸ਼ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ। ਉੱਥੇ ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਜਤਾਇਆ ਗਿਆ ਹੈ। ਫਾਇਰਿੰਗ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਗੋਲੀ ਨਾਲ ਚੱਲੀ, ਉਸ ਤੋਂ ਬਾਅਦ ਹੀ ਪਤਾ ਲੱਗਾ, ਕੋਈ ਗੱਲ ਵੀ ਨਹੀਂ। ਪਹਿਲਾਂ ਤਾਂ ਪਤਾ ਨਹੀਂ ਲੱਗਾ, ਸੀਸੀਟੀਵੀ ਕੈਮਰੇ ਕੱਢ ਕੇ ਵੇਖਿਆ ਹੈ ਕਿ ਦੋ ਲੜਕੇ ਆਏ ਆ ਬਾਈਕ ਤੇ ਉਹ ਤਾਬੜਤੋੜ ਹਮਲੇ ਕਰ ਗੋਲੀਆਂ ਚਲਾ ਕੇ ਤੇ ਮਾਰ ਕੇ ਸੁੱਟ ਗਏ। ਅੱਜ ਮੈਨੂੰ ਕਹਿ ਦੇਣਾ ਨਾ ਕਿ ਤੁਸੀਂ ਚਿੰਤਾ ਨਾ ਕਰੋ, ਅਸੀਂ ਸਾਰਾ ਕੁਝ ਕਰਾਂਗੇ, ਇਨਸਾਫ ਕਰਾਂਗੇ। ਮੈਂ ਅੱਜ ਤੱਕ ਇਨਸਾਫ ਹੁੰਦਾ ਨਹੀਂ ਵੇਖਿਆ ਪੁਲਿਸ ਵੱਲੋਂ, ਬੇਇਨਸਾਫੀ ਹੁੰਦੀ ਵੇਖੀ ਆ। 90s ਦੇ ਵਿੱਚ ਉਹ ਅਸੀਂ ਆਪਣੇ ਬਿਹਾਰ ਤੇ ਕੀਤਾ, ਪੁਲਿਸ ਦੀ ਸਾਨੂੰ ਕੋਈ ਸਪੋਰਟ ਨਹੀਂ। ਇਵਨ ਕਿ ਜਿਹੜੀ ਸਾਡੀ ਸਿਕਿਉਰਿਟੀ ਵਾਸਤੇ ਪੁਲਿਸ ਚੌਂਕੀਆਂ ਬਿਠਾਈਆਂ ਗਈਆਂ, ਉਹ ਉਹਦੇ ਚੋਂ ਮੁੰਡੇ ਭਗੌੜੇ ਹੋ ਗਏ। ਅਸੀਂ ਆਪਣੇ ਆਪ ਨੂੰ ਸੇਫ, ਅੱਤਵਾਦੀਆਂ ਤੋਂ ਵੀ ਸੇਫ ਰੱਖਦੇ ਰਹੇ ਤੇ ਸਾਨੂੰ ਪੁਲਿਸ ਮੁਲਾਜ਼ਮਾਂ ਤੋਂ ਵੀ ਆਪਣੇ ਆਪ ਨੂੰ ਸੇਫ ਰੱਖਣਾ ਪਿਆ। ਕਾਮਰੇਡ ਬਲਵਿੰਦਰ ਸਿੰਘ ਆਪਣੀ ਰਿਹਾਇਸ਼ ਦੇ ਨੇੜੇ ਹੀ ਇੱਕ ਸਕੂਲ ਵੀ ਚਲਾਉਂਦਾ ਸੀ। ਤਕਰੀਬਨ 1 ਸਾਲ ਪਹਿਲਾਂ ਉਸ ਤੇ ਅਣਪਛਾਤੇ ਲੋਕਾਂ ਨੇ ਹਮਲਾ ਵੀ ਕੀਤਾ ਸੀ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਪੁਲਿਸ ਇਲਜ਼ਾਮ ਨੇ ਕਿ ਅੱਧਾ ਘੰਟਾ ਦੇਰ ਨਾਲ ਪਹੁੰਚੀ। ਹਾਲਾਂਕਿ ਘਟਨਾ ਵਾਲੀ ਥਾਂ ਨੇੜੇ ਥਾਣਾ ਭਿੱਖੀਵਿੰਡ ਹੈ। ਫਿਲਹਾਲ ਪੁਲਿਸ ਵੱਲੋਂ ਹਰ ਐਂਗਲ ਤੋਂ ਪੂਰੀ ਵਾਰਦਾਤ ਦੀ ਜਾਂਚ ਜਾਰੀ ਹੈ। ਜਿਹੜੇ ਆ ਦੋ ਮੋਟਰਸਾਈਕਲ ਸਵਾਰ ਆਏ ਸੀਗੇ ਪਲਸਰ ਮੋਟਰਸਾਈਕਲ ਤੇ ਕਾਮਰੇਡ ਸਾਹਿਬ ਜਿਹੜੇ ਆ ਰੋਜ਼ ਦੀ ਤਰ੍ਹਾਂ ਜਿਹੜਾ ਇੱਥੇ ਆਪਣਾ ਥੱਲੇ ਉੱਤੇ ਰਹਿਸ਼ਾ ਥੱਲੇ ਉੱਤਰ ਜਾਂਦੇ ਸੀ। ਇਹਨਾਂ ਨੇ ਮਤਲਬ ਜਿਹੜਾ ਅੰਦਰੋਂ ਮੇਨ ਗੇਟ ਆ ਉਹ ਮਤਲਬ ਖੋਲ੍ਹ ਦਿੰਦੇ ਸੀ ਕਿ ਦੁੱਧ ਪਾਉਣ ਦਾ, ਠੀਕ ਹੈ। ਵੀ ਉਹ ਉਹਨਾਂ ਵੇਖਿਆ ਤੇ ਉਹ ਇੱਕ ਜਣਾ ਬਾਹਰ ਮੋਟਰਸਾਈਕਲ ਤੇ ਰਿਹਾ ਵਾ, ਇੱਕ ਜਣਾ ਅੰਦਰ ਧੱਕਾ ਮਾਰ ਕੇ ਤੇ ਉਹਨੇ ਦਰਵਾਜ਼ਾ ਖੋਲ੍ਹ ਕੇ ਅੰਦਰ ਐਂਟਰ ਹੋ ਗਏ ਤੇ ਇਹਨਾਂ ਦੇ ਗੋਲੀਆਂ ਮਾਰਤੀਆਂ। ਲਗਾਤਾਰ ਵੈਸੇ ਇਹਨਾਂ ਦੇ ਪਰਿਵਾਰ ਦਾ ਕਹਿਣਾ ਕਿ ਆਪਾਂ ਲਗਾਤਾਰ ਸਿਕਿਉਰਿਟੀ ਦੀ ਮੰਗ ਕਰ ਰਹੇ ਸੀ, ਲੇਕਿਨ ਸਿਕਿਉਰਿਟੀ ਮਿਲ ਨਹੀਂ ਰਹੀ ਸੀ। ਨਹੀਂ, ਪਰ ਸਾਡੇ ਕੋਲ ਨਹੀਂ ਕਦੀ ਆਏ ਇਹ, ਮਤਲਬ ਮੇਰੇ ਕੋਲ ਤੇ ਕਦੀ ਨਹੀਂ ਆਏ ਸਿਕਿਉਰਿਟੀ ਨਾਲ ਵਾਸਤੇ। ਹਾਂਜੀ ਤੇ ਕੁਝ ਆਇਡੈਂਟੀਫਾਈ ਹੋਏ ਬੰਦੇ? ਹਾਂ, ਕਰ ਰਹੇ ਹਾਂ, ਤਫਤੀਸ਼ ਕਰ ਰਹੇ ਹਾਂ, ਹੋ ਜਾਣਗੇ ਜਲਦੀ ਹੋ। 1993 ਚ ਬਲਵਿੰਦਰ ਸਿੰਘ ਨੂੰ ਸ਼ੌਰਯ ਚੱਕਰ ਦੇ ਨਾਲ ਨਿਵਾਜ਼ਿਆ ਗਿਆ ਸੀ, ਜਿਨ੍ਹਾਂ ਦੇ ਜੀਵਨ ਤੇ ਕਈ ਟੈਲੀ ਫਿਲਮਾਂ ਵੀ ਬਣ ਚੁੱਕੀਆਂ ਨੇ। ਤੇ ਅਚਾਨਕ ਦਿਨ ਦਿਹਾੜੇ ਬਲਵਿੰਦਰ ਸਿੰਘ ਦਾ ਕਤਲ ਹੋ ਜਾਣਾ ਕਈ ਸਵਾਲ ਖੜੇ ਕਰਦਾ ਹੈ। ਹੁਣ ਵੇਖਣਾ ਹੋਵੇਗਾ ਕਿ ਕਾਨੂੰਨ ਵਿਵਸਥਾ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੁਲਿਸ ਕਦੋਂ ਤੱਕ ਬਲਵਿੰਦਰ ਦੇ ਕਾਤਲਾਂ ਤੱਕ ਪਹੁੰਚਦੀ ਹੈ। ਤਰਨਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18 ਪੰਜਾਬ। ਪੰਜਾਬ 'ਚ ਅੱਤਵਾਦ ਨਾਲ ਲੋਹਾ ਲੈਣ ਵਾਲੇ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਮਾਇਨੇ ਕੀ ਨੇ? ਪਰਿਵਾਰ ਇਸ ਨੂੰ ਅੱਤਵਾਦ ਦੇ ਕਾਲਾ ਦੌਰ ਵਾਪਸ ਆਉਣ ਦੀ ਗੱਲ ਕਹਿ ਰਿਹਾ ਹੈ। ਰੈਫਰੈਂਡਮ 2020 ਆ, ਇਹ ਉਸੇ ਚੀਜ਼ ਦਾ ਇੱਕ ਪਾਰਟ ਆ। ਉਹ ਥੋੜਾ ਦੇਰ ਫਿਰ ਸਾਇਲੈਂਟ ਰਹਿਣ ਤੋਂ ਬਾਅਦ ਦੁਬਾਰਾ ਰਿਵਾਈਵ ਹੋ ਰਿਹਾ ਵਾ। ਕਿਤੇ ਖਾਲਿਸਤਾਨੀ ਝੰਡੇ, ਕਿਤੇ ਖਾਲਿਸਤਾਨੀ ਨਾਅਰੇ, ਕਿਤੇ ਖਾਲਿਸਤਾਨੀ ਪੋਸਟਰ, ਕਿਤੇ ਰੋਜ਼ ਨਿੱਤ ਦਿਨ ਬੰਦੇ ਜਿਹੜੇ ਹਥਿਆਰਬੰਦ ਫੜੇ ਜਾ ਰਹੇ। ਇਹ ਉਹਦਾ ਇੱਕ ਪਾਰਟ ਹੈ। ਉਹਦਾ ਫਸਟ ਟ੍ਰੇਲਰ ਉਹਨਾਂ ਨੇ ਇਹ
ਕੈਂਡੀਡੇਟ ਬਲਵਿੰਦਰ ਸਿੰਘ ਜੀ ਨੂੰ ਸ਼ਹੀਦ ਕਰਕੇ ਵਿਖਾਉਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਡੇ ਮੁਤਾਬਕ ਜਿਹੜਾ ਤੁਸੀਂ ਕਾਲਾ ਦੌਰ ਪਹਿਲਾਂ ਹੰਡਾ ਚੁੱਕੇ ਹੋ ਤੇ ਇਹ ਇਸ਼ਾਰਾ ਹੈ ਕਿ ਦੁਬਾਰਾ ਤੋਂ ਫਿਰ ਇਹਨੂੰ ਰਿਵਾਈਵ ਕੀਤਾ ਜਾਵੇ। ਹਾਂਜੀ ਉਹਦੀ ਇਹ ਸਟਾਰਟਿੰਗ ਸਾਡੇ ਤੋਂ ਕੀਤੀ। ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਹਿੰਦੂ ਲੀਡਰਾਂ ਦੀਆਂ ਹੱਤਿਆਵਾਂ, ਰੈਫਰੈਂਡਮ 2020, ਧਾਰਮਿਕ ਸਮਾਗਮਾਂ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਅਤੇ ਥਾਂ-ਥਾਂ ਲਗਾਏ ਜਾ ਰਹੇ ਖਾਲਿਸਤਾਨ ਦੇ ਪੋਸਟਰ ਪੰਜਾਬ ਦੇ ਖਿਲਾਫ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੇ ਹਨ। ਪੰਜਾਬ ਦੇ ਵਿੱਚ ਦਹਾਕਿਆਂ ਪਹਿਲਾਂ ਦਹਿਸ਼ਤਗਰਦਾਂ ਦਾ ਸਫਾਇਆ ਕੀਤਾ ਜਾ ਚੁੱਕਾ ਹੈ, ਪਰ ਖਾਲਿਸਤਾਨ ਦੀ ਮੰਗ ਕਦੇ ਖਤਮ ਨਹੀਂ ਹੋਈ। ਇੰਨਾ ਜ਼ਰੂਰ ਹੈ ਕਿ ਇਹ ਮੰਗ ਕਮਜ਼ੋਰ ਹੋਈ, ਪਰ 2020 ਆਉਂਦੇ ਇੱਕ ਵਾਰ ਮੁੜ ਤੋਂ ਖਾਲਿਸਤਾਨ ਦੀ ਮੰਗ ਜ਼ੋਰ ਫੜਨ ਲੱਗੀ। ਵਿਦੇਸ਼ੀ ਸਰਜ਼ਮੀਨ ਦਾ ਭਾਰਤ ਦੇ ਖਿਲਾਫ ਇਸਤੇਮਾਲ ਕਰਨ ਵਾਲੇ ਰੈਫਰੈਂਡਮ 2020 ਨੂੰ ਲੈ ਕੇ ਸਰਗਰਮ ਹੋ ਗਏ ਅਤੇ ਭਾਰਤ ਦੀ ਅਖੰਡਤਾ ਤੇ ਏਕਤਾ ਦੇ ਦੁਸ਼ਮਣਾਂ ਨੇ ਇਕੱਠੇ ਮਿਲ ਕੇ ਪੰਜਾਬ ਦੇ ਵਿੱਚ ਅਸ਼ਾਂਤੀ ਫੈਲਾਉਣ ਦਾ ਛੜਯੰਤਰ ਕਰਨ ਲੱਗੇ। ਦੱਸੋ ਕੀ ਅਸੀਂ ਯੂਐਨ ਖਾਲਿਸਤਾਨ ਦੀ ਕਦੀ ਗੱਲ ਕਰ ਸਕਾਂਗੇ ਤੇ ਜਿੱਤਲੇ ਚਾਰ ਹਰੀ ਕਰੇ ਕੋਈ ਤਰ੍ਹਾਂ ਕੋਈ ਬੰਦਾ ਪੰਜਾਬ ਦੇ ਰੈਫਰੈਂਡਮ ਦੀ ਗੱਲ ਨਹੀਂ ਕਰ ਰਿਹਾ। ਪਹਿਲਾਂ ਕੇਂਦਰ ਤੇ ਸੂਬਾ ਸਰਕਾਰ ਨੇ ਇਸ ਨੂੰ ਗੰਭੀਰਤਾ ਦੇ ਨਾਲ ਸ਼ਾਇਦ ਨਹੀਂ ਲਿਆ, ਪਰ ਜਦੋਂ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਰੈਲੀਆਂ ਨਿਕਲਣ ਲੱਗੀਆਂ ਤਾਂ ਸਰਕਾਰ ਵੀ ਗੰਭੀਰ ਹੋਈ। ਰੈਫਰੈਂਡਮ 2020 ਦੀ ਗੱਲ ਹੁੰਦੀ। ਅਮਰੀਕਾ ਤੋਂ ਖਾਲਿਸਤਾਨੀ ਗਰੁੱਪ The Six for Justice ਮੁਹਿੰਮ ਚਲਾ ਰਿਹਾ ਗੁਰਪਤਵੰਤ ਸਿੰਘ ਪੰਨੂ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਦੇ ਲਈ ਪੰਜਾਬ ਦੇ ਵਿੱਚ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦਾ ਖਦਸ਼ਾ ਹੈ ਕਿ ਰੈਫਰੈਂਡਮ 2020 ਦੇ ਬਹਾਨੇ ਦੁਸ਼ਮਣ ਦੇਸ਼ ਪਾਕਿਸਤਾਨ ਅਜਿਹੇ ਲੋਕਾਂ ਦੇ ਨਾਲ ਮਿਲ ਕੇ ਭਾਰਤ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਰਚ ਰਿਹਾ ਹੈ। ਇਸ ਗੱਲ ਦੇ ਕਈ ਸਬੂਤ ਵੀ ਨੇ। ਵਾਰ-ਵਾਰ ਵੱਖ-ਵੱਖ ਥਾਵਾਂ ਦੇ ਉੱਤੇ ਖਾਲਿਸਤਾਨ ਦੇ ਸਮਰਥਨ ਦੇ ਵਿੱਚ ਲੱਗਣ ਵਾਲੇ ਨਾਅਰੇ ਅਤੇ ਪੋਸਟਰ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਕਾਫੀ ਨੇ। ਪੰਜਾਬ ਦੇ ਵਿੱਚ ਖਾਲਿਸਤਾਨ ਦੀ ਅੱਗ ਧਧਕ ਰਹੀ ਹੈ। ਦੇਸ਼ ਵਿਰੋਧੀ ਤਾਕਤਾਂ ਇਸ ਅੱਗ ਨੂੰ ਹਵਾ ਦੇ ਰਹੀਆਂ ਨੇ। ਗਰਮ ਖਿਆਲੀ ਸਿੱਖ ਕਈ ਵਾਰ ਇਸ ਮੰਗ ਉੱਤੇ ਜਨਤਕ ਤੌਰ ਤੇ ਆਵਾਜ਼ ਚੁੱਕ ਚੁੱਕੇ ਨੇ। ਗਾਇਬ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਇਨਸਾਫ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਤੇ ਕੀਤੀ ਗਈ ਅਰਦਾਸ ਤੋਂ ਬਾਅਦ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ। ਇਸ ਤੋਂ ਪਹਿਲਾਂ ਆਪਰੇਸ਼ਨ ਬਲੂ ਸਟਾਰ ਦੇ 36 ਸਾਲ ਪੂਰੇ ਹੋਣ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਿੱਖ ਗਰਮ ਖਿਆਲੀਆਂ ਨੇ ਖਾਲਿਸਤਾਨੀ ਸਮਰਥਕ ਨਾਅਰੇ ਲਗਾਏ ਸਨ। ਇਹ ਨਾਅਰੇ ਅਕਾਲ ਤਖਤ ਦੇ ਵਿੱਚ ਤਕਰੀਬਨ 100 ਕਾਰਕੁਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਅਤੇ ਸਾਬਕਾ MP ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਦੀ ਅਗਵਾਈ 'ਚ ਲਗਾਏ। ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਨ ਦੀ ਆੜ ਦੇ ਵਿੱਚ ਹੋਣ ਵਾਲੀ ਖਾਲਿਸਤਾਨੀ ਸਮਰਥਿਤ ਨਾਅਰੇਬਾਜ਼ੀ ਇਤਫਾਕ ਨਹੀਂ ਹੈ, ਬਲਕਿ ਇਸ ਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਹੈ। ਉਹ ਸਾਜ਼ਿਸ਼ ਜੋ ਹਿੰਦੁਸਤਾਨ ਨੂੰ ਤੋੜਨ ਦੀ ਹੈ, ਦਹਿਸ਼ਤ ਦਾ ਕਾਲਾ ਦੌਰ ਵਾਪਸ ਲਿਆਉਣ ਦੀ ਹੈ, ਸ਼ਾਂਤੀ ਅਮਨ ਪਸੰਦ ਪੰਜਾਬ 'ਚ ਭਾਈਚਾਰਾ ਵਿਗਾੜਨ ਦੀ ਹੈ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਜ਼ਿਲ੍ਹਾ ਮੋਗਾ ਦੇ ਵਿੱਚ DC ਦਫ਼ਤਰ ਉੱਤੇ ਖਾਲਿਸਤਾਨ ਦਾ ਝੰਡਾ ਲਗਾ ਦਿੱਤਾ ਗਿਆ। ਹੁਣ ਤਾਂ ਹਾਲਾਤ ਇਹ ਨੇ ਕਿ ਰਾਜਧਾਨੀ ਚੰਡੀਗੜ੍ਹ ਤੱਕ ਖਾਲਿਸਤਾਨ ਦੀ ਆਹਟ ਸੁਣਨ ਲੱਗੀ ਹੈ। ਚੰਡੀਗੜ੍ਹ ਸੈਕਟਰ 16 ਬੱਸ ਸਟਾਪ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗਾਏ ਗਏ। ਇਸ ਤੋਂ ਪਹਿਲਾਂ ਵੀ ਸੈਕਟਰ 28 ਅਤੇ ਸੈਕਟਰ 44 ਦੇ ਵਿੱਚ ਸੜਕ ਕਿਨਾਰੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗਾਏ ਗਏ ਸਨ। ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲੱਗੇ ਨੇ, ਜਿਨ੍ਹਾਂ ਨੂੰ ਲੈ ਕੇ ਹੁਣ ਥਾਣਾ ਦੇ ਜਿਹੜੇ ਪ੍ਰਭਾਰੀ ਹੈ ਉਹ ਵੀ ਇੱਥੇ ਪਹੁੰਚੇ ਨੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਹੁਣ ਥਾਣਾ ਜਿਹੜੇ ਪ੍ਰਭਾਰੀ ਹੈ ਉਹ ਪੋਸਟਰ ਨੂੰ ਪੜ੍ਹਦੇ ਨਜ਼ਰ ਆ ਰਹੇ ਨੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਆਖਿਰ ਇਹ ਜਿਹੜੇ ਪੋਸਟਰ ਨੇ
ਇਹ ਜਿਹੜੀ ਸਾਜ਼ਿਸ਼ ਹੈ ਇਹ ਕੌਣ ਰਚ ਰਿਹਾ, ਕਿਉਂਕਿ ਇਸ ਤੋਂ ਪਹਿਲਾਂ ਵੀ ਸੈਕਟਰ 28 'ਚ ਇਹ ਪੋਸਟਰ ਲਾਏ ਗਏ ਸੀ, ਉਸ ਤੋਂ ਪਹਿਲਾਂ ਸੈਕਟਰ 44 'ਚ ਇਹ ਪੋਸਟਰ ਲਾਏ ਗਏ ਸੀ। ਕਿਤੇ ਨਾ ਕਿਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਲੇਕਿਨ ਮੌਕੇ ਤੇ ਪਹੁੰਚ ਕੇ ਇੱਥੇ ਜਿਹੜੇ ਥਾਣਾ ਪ੍ਰਭਾਰੀ ਹੈ SHO ਰਾਮ ਰਤਨ ਜੀ, ਉਹਨਾਂ ਨੇ ਇੱਥੇ ਪੋਸਟਰ ਲਾ ਕੇ ਇਹਨਾਂ ਨੂੰ ਫਾੜਦੇ ਨਜ਼ਰ ਆ ਰਹੇ ਨੇ। ਸਭ ਤੋਂ ਵੱਡਾ ਸਵਾਲ ਇਹਦੇ ਵਿੱਚ ਇਹ ਹੈ ਕਿ ਆਖਿਰ ਇਸ ਤਰ੍ਹਾਂ ਦੇ ਜਿਹੜੇ ਪੋਸਟਰ ਹੈ ਇਹ ਲਾ ਕੌਣ ਰਿਹਾ ਹੈ, ਸਾਜ਼ਿਸ਼ ਕੌਣ ਰਚ ਰਿਹਾ ਹੈ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ? ਕਿਉਂਕਿ ਬਲਵਿੰਦਰ ਸਿੰਘ ਦੀ ਜਿਹੜੀ ਮੌਤ ਹੋਈ ਹੈ ਉਸ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈ ਉਹ ਸਾਫ਼ ਤੌਰ ਤੇ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਰੈਫਰੈਂਡਮ 2020 ਦਾ ਹੈਗਾ। ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਮੰਤਰੀ ਹੈ ਉਹ ਵੀ ਕਹਿੰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਹੁਣ ਇੱਥੇ ਪੁਲਿਸ ਪਹੁੰਚ ਚੁੱਕੀ ਹੈ, ਪੁਲਿਸ ਦੇ ਜਿਹੜੇ ਕਾਂਸਟੇਬਲ ਨੇ SHO ਖੁਦ ਇੱਥੇ ਮੌਕੇ ਤੇ ਪਹੁੰਚ ਕੇ ਇਹ ਸਾਰਾ ਜਿਹੜਾ ਹੈ ਉਹ ਹਟਾਉਂਦੇ ਨਜ਼ਰ ਆ ਰਹੇ ਨੇ। ਕਿਤੇ ਨਾ ਕਿਤੇ ਹੁਣ ਸਵਾਲ ਇਹਦੇ ਵਿੱਚ ਕਈ ਨੇ ਕਿ ਆਖਿਰ ਇਹ ਜਿਹੜੀ ਚੀਜ਼ਾਂ ਜਿਹੜੀ ਬੈਡ ਐਲੀਮੈਂਟਸ ਹੈ ਇਹਨਾਂ ਨੂੰ ਕੌਣ ਇਹ ਕਰ ਰਿਹਾ ਹੈ? ਤਾਂ ਸਰ ਜਿਹੜੇ ਇੰਚਾਰਜ ਨੇ ਉਹ ਇੱਥੇ ਪਹੁੰਚੇ ਨਹੀਂ ਤੇ ਉਹਨਾਂ ਨੇ ਇੱਥੇ ਆੜ ਕੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦੇ ਨਹੀਂ ਜਾ, ਲੇਕਿਨ ਮਾਹੌਲ ਕੌਣ ਖਰਾਬ ਕਰ ਰਿਹਾ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੈ ਉਹ ਕੌਣ ਕਰ ਰਿਹਾ? ਇਹ ਸਭ ਤੋਂ ਵੱਡਾ ਸਵਾਲ ਇਹਦੇ ਵਿੱਚ ਇਹ ਹੈ ਕਿ ਆਖਿਰ ਇਹ ਜਿਹੜੀ ਚੀਜ਼ਾਂ ਇਹ ਕਰ ਕੌਣ ਰਿਹਾ? ਕਿਉਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਨ ਦੀ ਗੱਲ ਤਾਂ ਕਰ ਰਹੀ ਹੈ ਕਿ ਆਖਿਰ ਚੰਡੀਗੜ੍ਹ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਪੋਸਟਰ ਹੈ ਉਹ ਲਾ ਕੌਣ ਰਿਹਾ, ਖਰਾਬ ਕਰਨ ਦੀ ਜਿਹੜਾ ਮਾਹੌਲ ਹੈ ਉਹ ਕੋਸ਼ਿਸ਼ ਕੌਣ ਕਰ ਰਿਹਾ? ਇਹ ਸਭ ਤੋਂ ਵੱਡਾ ਸਵਾਲ ਇਹਦੇ ਵਿੱਚ ਆਉਂਦਾ ਹੈ ਕਿ ਆਖਿਰ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਅੱਗੇ ਆਉਣ ਵਾਲਾ ਟਾਈਮ 'ਚ ਸਾਜ਼ਿਸ਼ ਜਾਂ ਫਿਰ ਚੰਡੀਗੜ੍ਹ ਦੀ ਆਪਾਂ ਗੱਲ ਕਰੀਏ, ਪੌਸ਼ ਏਰੀਆ ਹੈ, ਪੌਸ਼ ਏਰੀਆ 'ਚ ਇਸ ਤਰ੍ਹਾਂ ਦਾ ਜਿਹੜਾ ਪੋਸਟਰ ਲੱਗਣਾ ਇੱਕ ਵੱਡੀ ਗੱਲ ਹੈ। ਪਹਿਲਾਂ ਵੀ ਸੈਕਟਰ 44 ਫਿਰ 28 ਫਿਰ ਇਸ ਤਰ੍ਹਾਂ ਦਾ ਸੈਕਟਰ 16 'ਚ ਪੋਸਟਰ ਲੱਗਣਾ ਹੁਣ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ। ਕਿਤੇ ਨਾ ਕਿਤੇ ਇਸ ਮਾਹੌਲ ਖਰਾਬ ਕਰਨ ਦੇ ਲਈ ਸ਼ਾਇਦ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਦੇ ਪਿੱਛੇ ਕੌਣ ਨੇ ਇਹ ਹੁਣ ਤੱਕ ਸਾਫ਼ ਨਹੀਂ। ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲਾਏ ਗਏ। ਜੀ ਹਾਂ, ਇਸ ਵਾਰ ਸੈਕਟਰ 28 ਦੇ ਇਹ ਜਿਹੜਾ ਸਾਈਨ ਬੋਰਡ ਲੱਗਿਆ, ਗਾਈਡ ਮੈਪ ਲੱਗਿਆ, ਉਹਦੇ ਵਿੱਚ ਹੁਣ ਇਹ ਪੋਸਟਰ ਲਾਇਆ ਗਿਆ ਤੇ ਸਭ ਤੋਂ ਵੱਡੀ ਗੱਲ ਹੈ ਕਿ 23 ਦਿਨ ਪਹਿਲਾਂ ਸੈਕਟਰ 44 'ਚ ਇਹੀ ਸੇਮ ਪੋਸਟਰ ਲਾਇਆ ਗਿਆ ਸੀ, ਲੇਕਿਨ ਉਸ ਟਾਈਮ ਇਹ ਲੱਗ ਰਿਹਾ ਸੀ ਕਿ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਜਾਂ ਕਿਸੇ ਤਰ੍ਹਾਂ ਦਾ ਪ੍ਰਿੰਟ ਆਊਟ ਕੱਢ ਕੇ ਉੱਥੇ ਲਾ ਦਿੱਤਾ। ਲੇਕਿਨ ਹੁਣ ਦੂਜੀ ਵਾਰ ਜਿਹੜਾ ਇਹ ਪੋਸਟਰ ਲੱਗਿਆ ਤਾਂ ਕਿਤੇ ਨਾ ਕਿਤੇ ਮਾਮਲਾ ਜਿਹੜਾ ਹੈ ਉਹ ਕਾਫੀ ਸੰਗੀਨ ਹੈ। ਯਾਨੀ ਕਹਿਣ ਦਾ ਮਤਲਬ ਹੈ ਕਿ ਹੁਣ ਇਸ ਗੱਲ ਨੂੰ ਸੀਰੀਅਸ ਜਿਹੜਾ ਹੈ ਉਹ ਲੈਣ ਦੀ ਲੋੜ ਹੈ। ਹਾਲਾਂਕਿ ਪੁਲਿਸ ਵੱਲੋਂ ਲਾਸਟ ਟਾਈਮ ਵੀ ਇਹ ਕਿਹਾ ਸੀਗਾ ਕਿ ਕਿਸੇ ਦੀ ਸ਼ਰਾਰਤ ਹੈ, ਲੇਕਿਨ ਹੁਣ ਦੁਬਾਰਾ 23 ਦਿਨ ਬਾਅਦ ਇਹ ਦੁਬਾਰਾ ਇਹ ਪੋਸਟਰ ਲੱਗਿਆ ਹੈ ਖਾਲਿਸਤਾਨ ਜਿੰਦਾਬਾਦ ਦਾ। ਸੈਕਟਰ 28 ਇਹ ਪੋਸਟਰ ਲੱਗਿਆ ਹੈ ਜਿੱਤੇ ਵਿੱਚ ਹੁਣ ਪੁਲਿਸ ਨੂੰ ਕਾਰਵਾਈ ਜ਼ਰੂਰ ਕਰਨੀ ਪਏਗੀ ਕਿ ਮਾਹੌਲ ਜਿਹੜਾ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ, ਜਿਹਨੂੰ ਲੈ ਕੇ ਹੁਣ ਕਾਰਵਾਈ ਜਿਹੜੀ ਹੈ ਉਹ ਕਰਨੀ ਪਏਗੀ। ਹੁਣ ਇਹ ਖਾਲਿਸਤਾਨ ਜਿੰਦਾਬਾਦ ਦਾ ਜਿਹੜਾ ਪੋਸਟਰ ਲੱਗਿਆ ਹੈ ਕਈ ਸਵਾਲ ਜਿਹੜੇ ਹੈ ਉਹ ਖੜੇ ਕਰਦਾ ਨਾ ਬਿਲਕੁਲ, ਲੇਕਿਨ ਸਭ ਤੋਂ ਵੱਡਾ ਸਵਾਲ ਇਹਦੇ ਵਿੱਚ ਇਹ ਹੈ ਕਿ ਕੋਈ ਵੀ ਜਿਹੜਾ ਵੀ ਪਰਸਨ ਨੇ ਲਾ ਰਿਹਾ ਹੈ ਬੋਰਡ ਉਹ ਬਿਲਕੁਲ ਸਾਈਨ ਬੋਰਡ ਦੇ ਨਾਲ, ਬਿਲਕੁਲ ਸੜਕ ਦੇ ਨਾਲ ਜਿਹੜੇ ਸਾਈਨ ਬੋਰਡ ਲੱਗਦੇ ਨੇ, ਜਿਹੜੇ ਗਾਈਡ ਮੈਪ ਲੱਗਦੇ ਆ, ਉਹਨਾਂ ਨੂੰ ਇਹ ਜਿਹੜੇ ਸਾਈਨ ਬੋਰਡ ਹੈ ਉਹਦੇ ਨਾਲ ਹੀ ਬਿਲਕੁਲ ਇਹ ਪੋਸਟਰ ਲਾਇਆ ਜਾਂਦਾ। ਯਾਨੀ ਕਹਿਣ ਦਾ ਮੀਨਸ ਹੈ ਕਿ ਪੂਰਾ ਸੋਚੀ ਸਮਝੀ ਜਿਹੜੀ ਸਾਜ਼ਿਸ਼ ਹੈ ਜਾਂ ਪੂਰੀ ਪਲਾਨ ਤਰੀਕੇ ਨਾਲ ਇਹ ਪੋਸਟਰ ਲਾਏ ਜਾਂਦੇ ਨੇ। ਹਾਲਾਂਕਿ ਹੁਣ ਪੁਲਿਸ ਵੱਲੋਂ ਇਹ ਜਿਹੜਾ ਕਿਸੇ ਦਾ ਧਿਆਨ ਜਿਹੜਾ ਗਿਆ ਸੀਗਾ ਕਿਸੇ ਰਾਹਗੀਰ ਦਾ, ਉਹਨੇ ਸਾਨੂੰ ਦੱਸਿਆ ਤੇ ਅਸੀਂ ਪਹੁੰਚੇ ਆ ਤੇ ਦੇਖਿਆ ਕਿ ਪੋਸਟਰ ਜਿਹੜਾ ਇੱਥੇ ਲੱਗਿਆ ਹੋਇਆ ਤੇ ਹੁਣ ਸਮਝਣ ਵਾਲੀ ਲੋੜ ਹੈ, ਇਹ ਕਾਰਵਾਈ ਕਰਨ ਦੀ ਲੋੜ ਹੈ ਕਿ ਇਹ ਕਿਸੇ ਦੀ ਸਾਜ਼ਿਸ਼ ਹੈ। ਚੰਡੀਗੜ੍ਹ ਜੈਸੇ ਸ਼ਹਿਰ 'ਚ ਇਸ ਤਰ੍ਹਾਂ ਦੀ ਸਾਜ਼ਿਸ਼ ਹੈ, ਇਸ ਤਰ੍ਹਾਂ ਦੀ ਜਿਹੜਾ ਪਲਾਨ ਕੀਤਾ ਜਾ ਰਿਹਾ ਹੈ, ਇਹ ਇੱਕ ਵੱਡਾ ਸਵਾਲ ਹੈ, ਇਹਦੇ 'ਚ ਕਾਰਵਾਈ ਜ਼ਰੂਰ ਹੋਣੀ ਚਾਹੀਦੀ। ਕੈਬਨਿਟ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਦਾ ਬਿਆਨ, ਉਹਨਾਂ ਦਾ ਡਰ ਅਤੇ ਖਾਲਿਸਤਾਨੀ ਸਮਰਥਿਤ ਪੋਸਟਰ। ਨਾਰੇਬਾਜ਼ੀ, ਇਸ ਸਭ ਦੇ ਵਿਚਾਲੇ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ। ਕੀ ਵਾਕਈ ਪੰਜਾਬ ਦੇ ਹਾਲਾਤ ਵਿਗੜ ਰਹੇ ਨੇ? ਕੌਣ ਹੈ ਜੋ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਬਣਾ ਰਿਹਾ ਹੈ, ਖੂਨ ਖਰਾਬਾ ਕਰ ਕਿ ਲੋਕਾਂ ਨੂੰ ਡਰਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ? ਬਿਊਰੋ ਰਿਪੋਰਟ, ਨਿਊਜ਼ 18। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਨੂੰ ਗੰਭੀਰਤਾ ਦਿਖਾਉਣ ਦੀ ਲੋੜ ਹੈ ਤਾਂ ਕਿ ਉਹ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਇਸ ਮੂਵਮੈਂਟ ਨੂੰ ਦੁਬਾਰਾ ਸੁਰਜੀਤ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਉਹ ਕਾਮਯਾਬ ਨਾ ਹੋਣ। ਤਾਂ ਸਰਕਾਰ ਨੂੰ ਕਿਸੇ ਵੱਡੀ ਅਣਹੋਣੀ ਦਾ ਇੰਤਜ਼ਾਰ ਕਰਨ ਦੀ ਬਜਾਏ ਉਹਨਾਂ ਗਤੀਵਿਧੀਆਂ ਤੇ ਨਜ਼ਰ ਰੱਖਣ ਦੀ ਲੋੜ ਹੈ ਜੋ ਕਿ ਖਾਲਿਸਤਾਨ ਸਮਰਥਕ ਨੇ, ਔਰ ਇਸ ਦੇ ਨਾਲ ਹੀ ਜੇਕਰ ਸਰਕਾਰ ਉਹਨਾਂ ਵੱਲ ਧਿਆਨ ਨਹੀਂ ਰੱਖਦੀ ਤਾਂ ਉਹ ਆਪਣੇ ਨਾਪਾਕ ਸੂਬਿਆਂ ਦੇ ਵਿੱਚ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਸਕਦੇ ਨੇ। ਤਾਂ ਇਸ ਕਰਕੇ ਸਰਕਾਰ ਨੂੰ
ਇਸ ਵੱਲ ਜ਼ਿਆਦਾ ਜ਼ੋਰ ਦੇਣ ਦੀ ਇਸ ਕਰਕੇ ਲੋੜ ਹੈ ਤਾਂ ਕਿ ਪੰਜਾਬ ਦਾ ਕਾਲਾ ਦੌਰ ਜਿਹੜਾ ਲੋਕ ਦੇਖ ਚੁੱਕੇ ਨੇ ਉਸ ਨੂੰ ਦੁਬਾਰਾ ਜੋ ਹੈ ਦੁਹਰਾਇਆ ਨਾ ਜਾ ਸਕੇ।